हे गाइस, यू आर स्टडिंग ऑन पीएससीपी इंग्लिश। ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਕਲਾਸ 11 ਦੀ ਪੋਇਮ ਨੰਬਰ 2 ਮਦਰਸ ਡੇ। ਮਦਰਸ ਡੇ ਨੂੰ ਲਿਖਿਆ ਸ਼ਿਵ ਕੇ ਕੁਮਾਰ ਨੇ। ਸ਼ਿਵ ਕੇ ਕੁਮਾਰ ਇਸ ਕਵਿਤਾ ਵਿੱਚ ਮਦਰਸ ਡੇ ਬਾਰੇ ਆਪਣੇ ਵਿਚਾਰ ਪੇਸ਼ ਕਰ ਰਹੇ ਨੇ, ਜਿਸ ਨੂੰ ਹਰ ਸਾਲ ਪੂਰੇ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਪਰਿਵਾਰ ਨੂੰ ਦਿੱਤੇ ਗਏ ਉਸਦੇ ਯੋਗਦਾਨ ਦੇ ਲਈ ਉਸਦੀ ਇੱਕ ਤਰ੍ਹਾਂ ਰਿਸਪੈਕਟ ਕੀਤੀ ਜਾਂਦੀ ਹੈ। ਉਸ ਨੂੰ ਪੂਰਾ ਦਾ ਪੂਰਾ ਜਿਹੜਾ ਡੇ ਉਹ ਡੈਡੀਕੇਟ ਕੀਤਾ ਜਾਂਦਾ ਹੈ। ਕਵੀ ਕਹਿੰਦਾ ਹੈ ਕਿ ਪੂਰੇ ਸਾਲ ਵਿੱਚ ਇੱਕ ਦਿਨ ਮਾਂ ਨੂੰ ਸਮਰਪਿਤ ਕਰਕੇ, ਇੱਕ ਦਿਨ ਉਸ ਨੂੰ ਡੈਡੀਕੇਟ ਕਰਕੇ ਕੋਈ ਫਾਇਦਾ ਨਹੀਂ ਹੈ। ਇਹ ਮਾਂ ਦੇ ਅਨਾਦਰ ਦੇ ਸਿਵਾਏ ਹੋਰ ਕੁਝ ਵੀ ਨਹੀਂ। ਸਾਲ ਵਿੱਚ ਸਿਰਫ ਇੱਕ ਦਿਨ ਉਸ ਨੂੰ ਸਮਰਪਿਤ ਕਰਨਾ ਸਾਲ ਦੇ ਬਾਕੀ ਦੇ 364 ਦਿਨਾਂ ਉੱਪਰ ਪ੍ਰਸ਼ਨ ਖੜਾ ਕਰ ਦਿੰਦਾ ਹੈ। ਇਸ ਲਈ ਸਾਡਾ ਸੰਪੂਰਨ ਜੀਵਨ ਉਸ ਦਾ ਕਰਜ਼ਦਾਰ ਹੈ। ਉਸ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਸਾਨੂੰ ਇਸ ਦੁਨੀਆ ਵਿੱਚ ਉਹ ਲਿਆਈ ਹੈ। ਫਿਰ ਅਸੀਂ ਸਾਲ ਵਿੱਚ ਸਿਰਫ ਇੱਕ ਹੀ ਦਿਨ ਉਸ ਨੂੰ ਕਿਵੇਂ ਸਮਰਪਿਤ ਕਰ ਸਕਦੇ ਹਾਂ? ਕਵੀ ਇਸ ਨਵੀਂ ਪਰੰਪਰਾ ਦੇ ਖਿਲਾਫ ਹੈ। ਇਸ ਕਵਿਤਾ ਵਿੱਚ ਉਹ ਇਸ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਆਓ ਫਿਰ ਦੇਖਦੇ ਹਾਂ ਪੋਇਮ ਨੂੰ। ਪੋਇਮ 18 ਲਾਈਨਸ ਦੀ ਹੈ ਅਤੇ ਆਪਾਂ 6 ਲਾਈਨਸ ਕਰਕੇ ਪੜ੍ਹਾਂਗੇ ਅਤੇ ਫਿਰ ਉਸ ਨੂੰ ਸਮਝਾਂਗੇ। ਪਹਿਲੇ 6 ਲਾਈਨਸ ਨੇ ਜਿਹੜੀਆਂ, ਉਹਦੇ ਵਿੱਚ ਪੋਇਟ ਕਹਿ ਰਿਹਾ, we do it differently in this dark continent, not just once a year, a string of spurious verses ensconced in a bouquet shaped like a Chinese house of dreams। ਡਾਰਕ ਕੌਂਟੀਨੈਂਟ ਇੱਥੇ ਕਿਹਾ ਗਿਆ ਹੈ ਇੰਡੀਆ ਨੂੰ, ਠੀਕ ਹੈ ਜੀ। ਅਤੇ ਸੁਪੀਰੀਅਸ ਹੁੰਦਾ ਹੈ ਨਕਲੀ। ਵਰਸਿਸ ਕਵਿਤਾਵਾਂ, ਐਨਸਕੋਂਸਡ ਸੰਭਾਲ ਕੇ ਰੱਖੀ ਗਈ, ਕਿਸੇ ਸੰਭਾਲ ਕੇ ਰੱਖੀ ਹੋਈ ਨੂੰ ਐਨਸਕੋਸਟ ਕਹਿੰਦੇ ਨੇ। ਇਹਨਾਂ ਲਾਈਨਾਂ ਵਿੱਚ ਕਵੀ ਕਹਿ ਰਿਹਾ ਕਿ ਭਾਰਤ ਵਿੱਚ ਲੋਕ ਮਦਰਸ ਡੇ ਮਨਾਉਂਦੇ ਹਨ, ਪਰ ਵੱਖਰੇ ਢੰਗ ਨਾਲ। ਉਹ ਇਸ ਨੂੰ ਸਾਲ ਦੇ ਸਿਰਫ ਇੱਕ ਵਾਰ ਨਹੀਂ, ਇੱਕ ਦਿਨ ਨੂੰ ਨਹੀਂ ਮਨਾਉਂਦੇ। ਉਹ ਆਪਣੀਆਂ ਮਾਵਾਂ ਦੇ ਝੂਠੇ ਸ਼ਬਦਾਂ ਵਿੱਚ ਅਰਾਧਨਾ ਨਹੀਂ ਕਰਦੇ। ਉਹ ਆਪਣੀਆਂ ਮਾਵਾਂ ਨੂੰ ਬਨਾਵਟੀ ਕਵਿਤਾ ਦੀ ਲੜੀ ਪੇਂਟ ਨਹੀਂ ਕਰਦੇ, ਜਿਸ ਨੂੰ ਸੁਪਨਿਆਂ ਦੇ ਚੀਨੀ ਕੱਪ ਦੇ ਆਕਾਰ ਦੇ ਗੁਲਦਸਤੇ ਵਿੱਚ ਸੰਭਾਲ ਕੇ ਰੱਖਿਆ ਗਿਆ ਹੋਵੇ। ਹੁਣ ਇੱਥੇ ਚੀਨੀ ਦਾ ਮਤਲਬ ਉਹ ਚਾਈਨਾ ਨਹੀਂ ਹੈਗਾ, ਮੇਡ ਇਨ ਚਾਈਨਾ ਵਾਲਾ, ਠੀਕ ਹੈ ਜੀ। ਚੀਨੀ ਦੇ ਉਹ ਭਾਂਡੇ ਵੇਖੇ ਹੋਣੇ ਤੁਸੀਂ, ਚੀਨੀ ਦੇ ਕੱਪ ਹੁੰਦੇ ਨੇ ਜਿਹੜੇ ਥੋੜ੍ਹੇ ਜਿਹੇ ਉਹਨੂੰ ਕੋਈ ਟੁੱਕਰ ਲੱਗਦੀ ਹੈ, ਟੁੱਟ ਜਾਂਦੇ ਨੇ। ਅਤੇ ਉਹ ਇੱਥੇ ਉਸ ਚੀਨੀ ਕੱਪ ਦਾ ਅਰਥ ਜਿਹੜਾ ਹੈ ਉਹ ਵਾਲਾ ਚੀਨੀ ਘਰ ਹੈ, ਜਿਹੜਾ ਕੱਪ ਵਾਲਾ ਚੀਨੀ ਹੁੰਦਾ ਨਾ ਉਹ ਵਾਲਾ। ਇੱਥੇ ਕਵੀ ਇਹ ਕਹਿਣਾ ਚਾਹੁੰਦਾ ਕਿ ਭਾਰਤੀ ਲੋਕ ਆਪਣੀਆਂ ਮਾਵਾਂ ਦੇ ਪ੍ਰਤੀ ਆਪਣੀ ਕ੍ਰਿਤজ্ঞਤਾ ਕਾਲਪਨਿਕ ਸ਼ਬਦਾਂ ਵਿੱਚ ਪ੍ਰਗਟ ਨਹੀਂ ਕਰਦੇ, ਅਤੇ ਉਹ ਵੀ ਸਾਲ ਵਿੱਚ ਸਿਰਫ ਇੱਕ ਹੀ ਵਾਰ। ਸਗੋਂ ਉਹ ਆਪਣੀਆਂ ਮਾਵਾਂ ਦੇ ਪ੍ਰਤੀ ਆਪਣਾ ਸਨਮਾਨ ਪੂਰਾ ਜੀਵਨ ਉਹਨਾਂ ਦੀ ਸੇਵਾ ਕਰਕੇ ਜ਼ਾਹਿਰ ਕਰਦੇ ਹਨ। ਅਗਲੀਆਂ ਲਾਈਨਸ ਦੇ ਵਿੱਚ ਕਹਿ ਰਿਹਾ, ਮਾਈ ਮਦਰ ਇਜ਼ ਮੋਰ ਡਿਮਾਂਡਿੰਗ ਐਨ ਓਬੀਸੈਂਸ ਐਟ ਈਚ ਸਨਰਾਈਜ਼, ਲਾਈਕ ਅ ਡਿਵੋਟੀ ਥਰੋਇੰਗ ਅ ਹੈਂਡਫੁਲ ਆਫ ਯੈਲੋ ਰਾਈਸ ਟੂ ਦ ਬਰਡਸ, ਹੋਲਡਿੰਗ ਅ ਕੈਂਡਲ ਬ੍ਰਮ ਬਿਫੋਰ ਐਨ ਆਈਡਲ ਜਸਟ ਵੰਸ ਅ ਈਅਰ ਇਜ਼ ਡੈਸਿਕਰੇਟਿੰਗ ਇਟ। ਓਬੀਸੈਂਸ ਹੁੰਦਾ ਹੈ ਅਭਿਵਾਦਨ ਕਰਨਾ, ਸ਼ਰਧਾ ਦਿਖਾਉਣਾ। ਡਿਵੋਟੀ ਸ਼ਰਧਾਲੂ। ਕੈਂਡਲ ਬ੍ਰਹਮ ਹੁੰਦਾ ਹੈ ਦੀਪਾਧਾਰ, ਜਿਹਦੇ ਉੱਪਰ ਕੈਂਡਲਸ ਵਗੈਰਾ ਰੱਖਦੇ ਨੇ। ਆਈਡਲ ਹੁੰਦਾ ਮੂਰਤੀ। ਅਤੇ ਡੈਸਿਕਰੇਟਿੰਗ ਹੁੰਦਾ ਹੈ ਕਿਸੇ ਦੀ ਡਿਸਰਿਸਪੈਕਟ ਕਰਨਾ, ਕਿਸੇ ਪਵਿੱਤਰ ਚੀਜ਼ ਨੂੰ ਨਸ਼ਟ ਕਰਨਾ ਜਾਂ ਉਸ ਦਾ ਅਪਮਾਨ ਕਰਨਾ। ਹੁਣ ਇਸ ਲਾਈਨਸ ਦੇ ਵਿੱਚ ਕਵੀ ਕਹਿ ਰਿਹਾ ਕਿ ਉਸ ਦੀ ਮਾਂ ਥੋੜ੍ਹੀ ਜ਼ਿਆਦਾ ਹੀ ਉਮੀਦਾਂ ਉਸ ਤੋਂ ਰੱਖਦੀ ਹੈ। ਉਹ ਚਾਹੁੰਦੀ ਹੈ ਕਿ ਹਰ ਰੋਜ਼ ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਉਹਦਾ ਜਿਹੜਾ ਪੁੱਤਰ ਹੈ ਉਸ ਨੂੰ ਪ੍ਰਣਾਮ ਕਰੇ। ਇੱਥੇ ਮਾਈ ਮਦਰ ਜਿਹੜਾ ਇੱਕ ਭਾਰਤੀ ਮਾਂ ਵੱਲ ਸੰਕੇਤ ਕਰਦਾ ਹੈ। ਇੱਕ ਭਾਰਤੀ ਮਾਂ ਸਾਰੀਆਂ ਬੁਰਾਈਆਂ ਨੂੰ ਆਪਣੇ ਬੱਚਿਆਂ ਤੋਂ ਦੂਰ ਰੱਖਣਾ ਚਾਹੁੰਦੀ ਹੈ। ਇਸ ਲਈ ਉਹ ਚਾਹੁੰਦੀ ਹੈ ਕਿ ਉਸਦੇ ਬੱਚੇ ਹਰ ਰੋਜ਼ ਸਵੇਰੇ ਉਸਦੇ ਪੈਰ ਛੂਹਣ ਅਤੇ ਨਵਾਂ ਦਿਨ ਸ਼ੁਰੂ ਕਰਨ ਤੋਂ ਪਹਿਲੇ ਉਸਦਾ ਆਸ਼ੀਰਵਾਦ ਲੈਣ। ਫਿਰ ਉਹ ਕਹਿੰਦਾ ਕਿ ਉਸਦੀ ਮਾਂ ਚਾਹੁੰਦੀ ਹੈ ਕਿ ਉਹ ਬਾਕਾਇਦਾ ਪੰਛੀਆਂ ਨੂੰ ਮੁੱਠੀ ਭਰ ਪੀਲੇ ਚਾਵਲ ਪਾਇਆ ਕਰੇ। ਹੋਰਨਾਂ ਸ਼ਬਦਾਂ ਵਿੱਚ ਇੱਕ ਭਾਰਤੀ ਮਾਂ ਚਾਹੁੰਦੀ ਹੈ ਕਿ ਉਸਦੇ ਬੱਚੇ ਪੰਛੀਆਂ ਅਤੇ ਜਾਨਵਰਾਂ ਪ੍ਰਤੀ ਦਿਆਲੂ ਬਣਨ। ਉਹ ਆਪਣੇ ਬੱਚਿਆਂ ਤੋਂ ਸਿਰਫ ਇੰਨਾ ਹੀ ਚਾਹੁੰਦੀ ਹੈ। ਕਵੀ ਕਹਿੰਦਾ ਕਿ ਸਾਲ ਵਿੱਚ ਇੱਕ ਵਾਰ ਹੱਥਾਂ ਵਿੱਚ ਕੈਂਡਲਸ ਵਗੈਰਾ ਫੜ ਕੇ ਕਿਸੇ ਮੂਰਤੀ ਦੀ ਪੂਜਾ ਕਰਨਾ ਬੇਕਾਰ ਹੈ। ਇਹ ਉਸ ਮੂਰਤੀ ਦਾ ਅਨਾਦਰ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਬਿਲਕੁਲ ਉਸੇ ਤਰ੍ਹਾਂ ਹੀ ਸਾਲ ਵਿੱਚ ਇੱਕ ਵਾਰ ਆਪਣੀ ਮਾਂ ਦਾ ਸਨਮਾਨ ਕਰਨਾ ਉਸ ਦਾ ਅਨਾਦਰ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਅਗਲੀਆਂ ਲਾਈਨਸ ਵਿੱਚ ਕਹਿ ਰਿਹਾ, whenever I see a caterpillar slouching towards a pansy's eye or hear ancestral voices in a wind's hole, I invoke my deity sometimes twice a day। ਕੈਟਰਪਿਲਰ ਹੁੰਦਾ ਸੁੰਡੀ।
ਤੇ ਸਲੋਚਿੰਗ ਅੱਗੇ ਵੱਧਦਾ ਹੋਇਆ। ਪੈਂਸੀ ਸੁਨਹਿਰੀ ਫੁੱਲਾਂ ਵਾਲਾ ਇੱਕ ਪੌਦਾ ਹੁੰਦਾ ਹੈ। ਹੋਲ ਬਹੁਤ ਤੇਜ਼ ਚੱਲ ਰਹੀ ਹਵਾ ਦੀ ਲੰਬੀ ਅਤੇ ਉੱਚੀ ਆਵਾਜ਼ ਹੁੰਦੀ ਹੈ। ਇਨਵੋਕ ਕਿਸੇ ਦੇ ਅੱਗੇ ਮਦਦ ਦੇ ਲਈ ਪ੍ਰਾਰਥਨਾ ਕਰਨਾ, ਖਾਸ ਤੌਰ 'ਤੇ ਈਸ਼ਵਰ ਅੱਗੇ, ਉਸ ਨੂੰ ਇਨਵੋਕ ਕਹਿੰਦੇ। ਅਤੇ ਡਾਇਟੀ ਇੱਕ ਦੇਵਤਾ ਜਾਂ ਦੇਵੀ। ਹੁਣ ਇਹਨਾਂ ਲਾਈਨਸ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਜਦੋਂ ਕਦੇ ਵੀ ਉਹ ਇੱਕ ਸੁੰਡੀ ਨੂੰ ਪੈਂਸੀ ਦੇ ਪੌਦੇ ਵੱਲ ਵੱਧਦਾ ਹੋਇਆ ਵੇਖਦਾ ਹੈ ਤਾਂ ਉਹ ਆਪਣੇ ਈਸ਼ਵਰ ਨੂੰ ਯਾਦ ਕਰਦਾ ਹੈ। ਹੁਣ ਇੱਥੇ ਈਸ਼ਵਰ ਕਿਹਨੂੰ ਕਿਹਾ ਗਿਆ? ਇੱਥੇ ਈਸ਼ਵਰ ਮਾਂ ਨੂੰ ਕਿਹਾ ਗਿਆ। ਅਤੇ ਜਦੋਂ ਕਦੇ ਵੀ ਤੇਜ਼ ਹਵਾ ਦੀਆਂ ਭਿਆਨਕ ਆਵਾਜ਼ਾਂ ਵਿੱਚ ਆਪਣੇ ਪੂਰਵਜਾਂ ਦੀ ਆਵਾਜ਼ ਸੁਣਦਾ ਹੈ ਤਾਂ ਉਹ ਆਪਣੇ ਈਸ਼ਵਰ ਨੂੰ ਯਾਦ ਕਰਦਾ ਹੈ। ਅਤੇ ਕਈ ਵਾਰ ਉਹ ਆਪਣੇ ਈਸ਼ਵਰ ਨੂੰ ਦਿਨ ਵਿੱਚ 2 ਵਾਰ ਯਾਦ ਕਰਦਾ ਹੈ। ਇੱਥੇ ਕਵੀ ਦਾ ਈਸ਼ਵਰ ਉਸ ਦੀ ਮਾਂ ਹੈ। ਇਹਨਾਂ ਸਤਰਾਂ ਵਿੱਚ ਕਵੀ ਆਖਦਾ ਹੈ ਕਿ ਜਦੋਂ ਉਹ ਕਿਸੇ ਚੀਜ਼ ਨੂੰ ਵੇਖ ਕੇ ਹੈਰਾਨ ਰਹਿ ਗਿਆ ਹੋਵੇ ਜਾਂ ਡਰ ਗਿਆ ਹੋਵੇ, ਸਭ ਤੋਂ ਪਹਿਲਾਂ ਉਸ ਦੀ ਮਾਂ ਦਾ ਖਿਆਲ ਉਸ ਦੇ ਮਨ ਵਿੱਚ ਆਉਂਦਾ ਹੈ। ਇਹ ਉਸ ਦਾ ਸੁੱਖ ਹੋਵੇ ਜਾਂ ਦੁੱਖ, ਉਹ ਸਭ ਕੁਝ ਆਪਣੀ ਮਾਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਅਤੇ ਉਹ ਉਸ ਨੂੰ ਯਾਦ ਕਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦਿਨ ਵਿੱਚ ਕਿੰਨੀ ਵਾਰ ਵੀ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਪੋਇਮ ਵਧੀਆ ਲੱਗੀ ਹੋਏਗੀ, ਨਾਲ ਪੂਰੀ ਦੀ ਪੂਰੀ ਸਮਝ ਆ ਗਈ ਹੋਏਗੀ। ਲਾਈਕ ਕਰਨਾ ਨਾ ਭੁੱਲਿਓ, ਸਬਸਕ੍ਰਾਈਬ ਕਰਿਓ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ। ਧੰਨਵਾਦ।